ਜਿਹੜਾ ਅੱਜ ਤੁਹਾਨੂੰ ਬੇਨਤੀ ਕੀਤੀ ਹੈ ਅੱਜ ਗੱਲਬਾਤ ਕਰਨ ਵਾਸਤੇ, ਉਹਦੇ ਦੋ ਮੇਨ ਰੀਜ਼ਨਸ ਨੇ। ਵੱਡਾ ਰੀਜ਼ਨ ਤਾਂ ਇਹ ਹੈ ਕਿ ਕੇਜਰੀਵਾਲ ਸਾਹਿਬ ਲਗਾਤਾਰ ਸਰਦਾਰ ਦਵਿੰਦਰਪਾਲ ਸਿੰਘ ਭੁੱਲਰ ਦੇ ਇਸ਼ੂ ਉੱਤੇ ਝੂਠ ਬੋਲੀ ਚਲੀ ਜਾ ਰਹੇ ਨੇ। ਕੱਲ੍ਹ ਉਹਨਾਂ ਨੇ ਇਹ ਕਹਿਤਾ ਕਿ ਮੈਂ ਉਹਦੀ ਕਮੇਟੀ, ਪਹਿਲਾਂ ਤਾਂ ਉਹ ਕਹਿ ਰਹੇ ਸੀ ਕਿ ਸਾਡਾ ਇਹਦੇ ਨਾਲ ਕੋਈ ਲੈਣ ਦੇਣ ਹੀ ਨਹੀਂ ਹੈ। ਪਹਿਲਾਂ ਤਾਂ ਇਹ ਕਹਿ ਰਹੇ ਸੀ ਕਿ ਇਹ ਸਿਰਫ ਕੇਂਦਰ ਸਰਕਾਰ ਨੇ ਕਰਨਾ, ਲੇਕਿਨ ਕੱਲ੍ਹ ਉਹਨਾਂ ਦੇ ਨਾਲ ਦਿਆਂ ਨੇ ਉਹਨਾਂ ਨੂੰ ਸੁਝਾਇਆ ਹੋਏਗਾ ਕਿ ਸਾਡੀ ਰੋਜ਼ ਬਦਨਾਮੀ ਹੋ ਰਹੀ ਹੈ ਝੂਠ ਬੋਲਣ ਨਾਲ, ਅਤੇ ਤੁਸੀਂ ਇਸ ਗੱਲ ਨੂੰ ਤਸਲੀਮ ਕਰ ਲਓ, ਮੰਨ ਲਓ ਕਿ ਸਾਡਾ ਇਸ ਲੈਣ ਦੇਣ ਹੈ। ਤੋ ਉਹ ਇਹਨਾਂ ਦਾ ਮੰਨ ਲਿਆ ਕਿ ਉਹ ਕਮੇਟੀ ਜਿਹੜੀ ਹੈ, ਕੋਈ ਕਮੇਟੀ ਐਗਜ਼ਿਸਟ ਕਰਦੀ ਹੈ ਜਿਹੜੀ ਕਿ ਜ਼ਿਆਦਾ ਮੈਂਬਰ ਸਾਹਿਬਾਨ ਜਿਹੜੇ ਨੇ, 7 ਮੈਂਬਰ ਨੇ ਟੋਟਲ ਉਸ ਕਮੇਟੀ ਦੇ, ਉਹਦੇ ਜ਼ਿਆਦਾ ਮੈਂਬਰ ਸਾਹਿਬਾਨ ਜਿਹੜੇ ਨੇ ਉਹ ਦਿੱਲੀ ਸਰਕਾਰ ਦੇ ਨੇ, ਕੇਜਰੀਵਾਲ ਸਰਕਾਰ ਦੇ ਨੇ। ਔਰ ਇਹ ਕਿ ਉਸ ਕਮੇਟੀ ਦੀ ਮੀਟਿੰਗ ਵੀ ਹੋ ਚੁੱਕੀ ਹੈ ਔਰ ਉਸ ਕਮੇਟੀ ਨੇ ਫੈਸਲਾ ਵੀ ਲੈ ਲਿਆ, ਔਰ ਉਹ ਫੈਸਲਾ ਜਿਹੜਾ ਆ ਉਹ ਉਹੀ ਹੈ ਜੋ ਕਿ ਸ਼੍ਰੋਮਣੀ ਅਕਾਲੀ ਦਲ ਸ਼ੁਰੂ ਤੋਂ ਕਹਿੰਦਾ ਆ ਰਿਹਾ ਕਿ ਕੇਜਰੀਵਾਲ ਸਰਕਾਰ ਨੇ ਸਰਦਾਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੇ ਵਿੱਚ ਰੋੜਾ ਅਟਕਾਇਆ। ਕੱਲ੍ਹ ਤੱਕ ਤਾਂ ਇਹ ਕਹਿੰਦੇ ਰਹੇ, ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ, ਕੱਲ੍ਹ ਤੱਕ ਤਾਂ ਇਹ ਕਹਿੰਦੇ ਰਹੇ ਕਿ ਦਿੱਲੀ ਸਰਕਾਰ ਦਾ ਤਾਂ ਕੋਈ ਰੋਲ ਹੀ ਨਹੀਂ ਹੈ ਇਹਦੇ ਵਿੱਚ, ਲੇਕਿਨ ਕੱਲ੍ਹ ਅਖੀਰ ਵਿੱਚ ਕਹਿੰਦੇ ਹੁੰਦੇ ਆ ਕਿ ਮੰਨਣਾ ਪੈ ਗਿਆ ਕਿ ਰੋਲ ਤਾਂ ਸਾਡਾ ਹੈ, ਔਰ ਇੱਕ ਕਮੇਟੀ ਵੀ ਬਣੀ ਹੋਈ ਹੈ ਔਰ ਕਮੇਟੀ ਦੀ ਮੀਟਿੰਗ ਵੀ ਹੋ ਚੁੱਕੀ ਹੈ 11 ਦਸੰਬਰ 2020 ਨੂੰ। ਔਰ ਉਸ ਮੀਟਿੰਗ ਦੇ ਵਿੱਚ ਜਿਹੜੇ ਮੈਂਬਰ ਸਾਹਿਬਾਨ ਨੇ ਉਹ ਬੜੀ ਦਿਲਚਸਪ, ਤੁਹਾਨੂੰ ਯਾਦ ਹੋਵੇ ਕੱਲ੍ਹ ਕੇਜਰੀਵਾਲ ਸਾਹਿਬ ने कहा कि वो कमेटी भी जड़ी है वो उसमें हमारा कुछ लेना देना नहीं है, उसमें तो कुछ जज साहिबान होते हैं, जज साहिबान को तो हम कुछ कह नहीं सकते। ਹੁਣ ਮੈਂ ਦੱਸਣਾ ਚਾਹੁੰਦਾ ਤੁਹਾਡੇ ਰਾਹੀਂ ਸਾਰੇ ਪੰਜਾਬੀਆਂ ਨੂੰ ਕਿ ਉਹ ਕਮੇਟੀ ਕਿਹਨਾਂ ਦੀ ਹੈ ਔਰ ਉਸ ਕਮੇਟੀ ਵਿੱਚ ਕੌਣ ਕੌਣ ਹੈ। ਉਸ ਕਮੇਟੀ ਦੇ ਚੇਅਰਮੈਨ ਜਿਹੜੇ ਨੇ ਉਹਨਾਂ ਦਾ ਨਾਮ ਹੈ ਸਤਿੰਦਰ ਜੈਨ, ਔਰ ਉਹ ਕੇਜਰੀਵਾਲ ਸਰਕਾਰ ਦੇ ਗ੍ਰਹਿ ਮੰਤਰੀ ਨੇ। ਔਰ ਜਿਹੜਾ ਦੂਸਰਾ ਮੈਂਬਰ ਉਹਦਾ ਹੈ ਉਹਨਾਂ ਦਾ ਨਾਮ ਹੈ BS ਪੱਲਾ, ਉਹ ਨੇ ਇਹਨਾਂ ਦੇ ਹੋਮ ਸੈਕਟਰੀ, ਪ੍ਰਿੰਸੀਪਲ ਸੈਕਟਰੀ ਹੋਮ ਦਿੱਲੀ ਦੇ ਕੇਜਰੀਵਾਲ ਦੇ। ਔਰ ਤੀਸਰੇ ਜਿਹੜੇ ਮੈਂਬਰ ਸੈਕਟਰੀ ਨੇ, ਚੇਅਰਮੈਨ ਵੀ ਇਹਨਾਂ ਦਾ, ਮੈਂਬਰ ਸੈਕਟਰੀ ਵੀ ਇਹਨਾਂ ਦਾ ਸੰਦੀਪ ਗੋਇਲ, ਜਿਹੜੇ ਕਿ ਡਾਇਰੈਕਟਰ ਜਨਰਲ ਆਫ ਪ੍ਰਿਜ਼ਨਸ ਨੇ। ਪ੍ਰਿਜ਼ਨਸ ਦਾ ਮਹਿਕਮਾ ਇਹਨਾਂ ਦੇ ਥੱਲੇ ਹੈ, ਜਿਹਦੇ ਬਾਰੇ ਇਹ ਕੇਸ ਹੈ ਸਾਰਾ। ਇਹ ਕੇਸ ਦਾ ਪੁਲਿਸ ਨਾਲ ਸੰਬੰਧ ਨਹੀਂ ਹੈ, ਇਹਦਾ ਜੇਲ੍ਹਾਂ ਨਾਲ ਸੰਬੰਧ ਹੈ। ਉਹ ਵੀ ਮੈਂਬਰ ਸੈਕਟਰੀ ਵੀ ਇਹਨਾਂ ਦੇ ਨੇ, ਸੰਦੀਪ ਗੋਇਲ। ਔਰ ਜਿਹੜੇ ਚੌਥੇ ਮੈਂਬਰ ਨੇ ਉਹਨਾਂ ਦਾ ਨਾਮ ਹੈ ਸੰਜੇ ਕੁਮਾਰ ਅਗਰਵਾਲ। ਸੰਜੇ ਕੁਮਾਰ ਅਗਰਵਾਲ ਕੌਣ ਨੇ? ਉਹ ਹੈਗੇ ਨੇ ਪ੍ਰਿੰਸੀਪਲ ਸੈਕਟਰੀ ਲਾਅ ਐਂਡ ਜਸਟਿਸ ਕੇਜਰੀਵਾਲ ਸਰਕਾਰ ਦੇ ਵਿੱਚ। ਔਰ ਉਹ ਤੋਂ ਅਗਲੇ ਜਿਹੜੇ ਮੈਂਬਰ ਸਾਹਿਬਾਨ ਨੇ, ਮੈਂਬਰ ਸਾਹਿਬ ਨੇ, ਉਹ ਇੱਕ ਮੈਂਬਰ, ਸਿਰਫ ਇੱਕ ਮੈਂਬਰ ਜਿਹੜਾ ਉਹ ਜੁਡੀਸ਼ਰੀ ਵਿੱਚੋਂ ਹੈ, ਉਹ ਜਿਹੜਾ ਕਿ ਦਿੱਲੀ ਸੈਸ਼ਨ ਜੱਜ ਵੱਲੋਂ ਨੋਮੀਨੇਟ ਕੀਤੇ ਗਏ ਨੇ, ਜਿਹੜੇ ਕਿ ਹੈੱਡਕੁਆਰਟਰਸ ਤੋਂ। ਔਰ ਉਹਨਾਂ ਦਾ ਨਾਮ ਆਨਰੇਬਲ ਸਤੀਸ਼ ਕੁਮਾਰ ਜੀ, ਐਡੀਸ਼ਨਲ ਸੈਸ਼ਨ ਜੱਜ ਨੇ, ਸਿਰਫ ਇੱਕ ਮੈਂਬਰ। ਔਰ ਉਹ ਤੋਂ ਅਗਲੇ ਜਿਹੜੇ ਮੈਂਬਰ ਸਾਹਿਬ ਨੇ ਉਹਨਾਂ ਦਾ ਨਾਮ ਹੈ ਮਿਸਿਸ ਰਸ਼ਮੀ ਸਿੰਘ, ਜਿਹੜੀ ਕਿ ਡਾਇਰੈਕਟਰ ਸੋਸ਼ਲ ਵੈਲਫੇਅਰ ਡਿਪਾਰਟਮੈਂਟ ਦਿੱਲੀ ਦੀ ਸਰਕਾਰ ਦੀ, ਦਿੱਲੀ ਸਰਕਾਰ ਦੀ, ਕੇਜਰੀਵਾਲ ਸਰਕਾਰ ਦੀ ਸੋਸ਼ਲ ਵੈਲਫੇਅਰ ਸੈਕਟਰੀ। ਔਰ ਸਿਰਫ ਇੱਕ ਮੈਂਬਰ ਉਹਦੇ ਵਿੱਚ ਕੇਂਦਰ ਸਰਕਾਰ ਦਾ। 7 ਮੈਂਬਰ ਨੇ ਟੋਟਲ, ਜਿਨ੍ਹਾਂ ਵਿੱਚੋਂ 5 ਮੈਂਬਰ ਕੇਜਰੀਵਾਲ ਸਰਕਾਰ ਦੇ ਨੇ ਔਰ ਚੇਅਰਮੈਨ ਵੀ ਕੇਜਰੀਵਾਲ ਸਰਕਾਰ ਦੇ ਨੇ, ਔਰ ਉਹਨਾਂ ਦੇ ਜਿਹੜੇ ਮੈਂਬਰ ਸੈਕਟਰੀ ਨੇ ਉਹ ਵੀ ਕੇਜਰੀਵਾਲ ਸਰਕਾਰ ਦੇ ਨੇ। ਅਤੇ ਜਨਾਬ ਇੰਨੇ ਲਗਾਤਾਰ ਪੂਰੇ ਦੇਸ਼ ਦੇ ਸਾਹਮਣੇ ਝੂਠ ਬੋਲਦੇ ਆ ਰਹੇ ਨੇ ਕਿ ਸਾਡਾ ਉਹਦੇ ਨਾਲ ਕੋਈ ਲੈਣ ਦੇਣ ਨਹੀਂ ਹੈ। ਹੁਣ ਇਹ ਜਿਹੜੀ ਉਹਨਾਂ ਨੇ ਰਿਕਮੈਂਡੇਸ਼ਨ ਕੀਤੀ ਉਸ ਕਮੇਟੀ ਨੇ, ਜਿਹੜੀ ਕਿ ਇਹਨਾਂ ਦੀ ਆਪਣੀ ਸਰਕਾਰ ਦੀ ਕਮੇਟੀ ਹੈ, ਜਿਹਦੇ ਵਿੱਚ ਕਿ ਜ਼ਿਆਦਾ ਮੈਂਬਰ ਸਾਹਿਬਾਨ, 7 ਵਿੱਚੋਂ 5 ਮੈਂਬਰ ਜਿਹੜੇ ਨੇ ਉਹ ਕੇਜਰੀਵਾਲ ਸਰਕਾਰ ਦੇ ਨੇ। ਉਹਨੇ ਜੋ ਰਿਕਮੈਂਡੇਸ਼ਨ ਕੀਤੀ ਉਹ ਮੈਂ ਪੜ੍ਹ ਕੇ ਦੱਸਣੀ ਚਾਹੁੰਦਾ ਤੁਹਾਨੂੰ। ਬਹੁਤ ਛੋਟੀ 1-2 ਲਾਈਨਾਂ ਦੀ ਹੈ ਸਿਰਫ, ਤਾਂ ਕਿ ਜਿਹੜੇ ਸਮੂਹ ਪੰਜਾਬੀ ਆ ਉਹ ਸੁਣ ਲੈਣ ਕਿ ਉਸ ਕਮੇਟੀ ਨੇ, ਕੇਜਰੀਵਾਲ ਸਰਕਾਰ ਵੱਲੋਂ ਬਣਾਈ ਕਮੇਟੀ ਨੇ, ਜਿਹਦੇ ਕਿ 7 ਵਿੱਚੋਂ 5 ਮੈਂਬਰ ਕੇਜਰੀਵਾਲ ਸਰਕਾਰ ਦੇ ਨੇ। ਉਹਨਾਂ ਨੇ ਕੀ ਕਿਹਾ, ਉਸ ਕਮੇਟੀ ਨੇ ਸਰਦਾਰ ਦਵਿੰਦਰਪਾਲ ਸਿੰਘ ਭੁੱਲਰ ਬਾਰੇ ਕੀ ਕਿਹਾ, ਮੈਂ ਪਹਿਲਾਂ ਤਾਂ ਪੜ੍ਹ ਦਿੰਦਾ ਕਿ ਆਫਟਰ ਟੇਕਿੰਗ ਇਨਟੂ ਅਕਾਊਂਟ all the facts and circumstances of the case, involvement in anti-national terrorist activities, gravity and perversity of the crime, having previous criminal history, the board matlab कि आदि committee rejects
rejects premature release of convict Davinderpal Singh Pullar, son of late Shri Balwant Singh at this stage। यानी कि ये हुण मैं चिट्ठी तुहाडे 'च वंडती है क्योंकि कल तक भी वो केजरीवाल साहब पखंड कर रहे हैं कि मैं उस कमेटी नूं कह दांगा कि वो इस केस नूं देख लैण, जिहने वो केस देख चुके हैं, रिजैक्ट कर चुके हैं। और असी बार बार कह रहे हैं कि तुसीं झूठ मत बोलो, वो केंद्र सरकार का कोई लैन देन नहीं सी, उहदा प्रिजन का मसला है, प्रिजन तुहाडे थल्ले ने और तुहाडी कमेटी बनी है, तुहाडी कमेटी दे विच तुहाडे ही चेयरमैन सी सतिंदर जैन, तुहाडे मैंबर सैक्रटरी सी, 7 विचों 5 मैंबर तुहाडे सी और उन्हें सरदार दविंदरपाल सिंह भुल्लर की रिहाई नूं रोकिया। 7 बंदियां दा केस इस कमेटी ने कंसीडर किया, उन्हें 7 के नाम भी दिते हुए हैं। उन्हां विचों एक सिर्फ एक जिहड़े सीगे जिन्हां दा केस जिहड़े केस देखे उन्होंने उन्हां चों सिर्फ एक केस वो सी जिहड़ा सरदार दविंदरपाल सिंह भुल्लर उन्हां दा सी। बाकी 6 के 6 होर स्टेटां नाल संबंध सी, होर राज्यां नाल संबंध सी और वो सारे दे सारे 6 के 6 ही रिहा करते गए ने। सिर्फ दविंदरपाल सिंह भुल्लर नूं केजरीवाल ने कह के रुकाया होया और अज ये पखंड अज तक का पखंड कर रहे सी कल तक कि साडा लैन देन नहीं, लेकिन कल ये मन गए कि असीं कह सकते हैं। मतलब जो असीं अज कह सकते हैं, तुहानूं कहना उदों चाहिदा सी जदों कि उन्हां दी रिहाई का केस डिस्कस होया सी और उन्होंने अज तो 1 साल पहलां, बल्कि 1 साल तो भी ज़्यादा समा हो गया, उस वेले तो उन्हां दी रिहाई की जानी चाहिए सी और सुप्रीम कोर्ट भी कह चुकी है कर दो, केंद्र सरकार भी कह चुकी है कर दो। सो एक तो मैं तुहानूं इहदे बारे गल करनी सी। और भगवंत सिंह मान ही है वैसे तो वो केजरीवाल साहब के नाल बैठे होंदे आ और ये सारा कुछ झूठ जिहड़ा बोल रहे हैं उहदे बारे भगवंत मान नूं भी पता है। जे नहीं पता तो बहुत शर्म वाली गल है कि मैंबर पार्लीमेंट है और एड्डी वड्डी कमेटी बनी है जिहदे होम मिनिस्टर उहदा चेयरमैन है, उन्हां दी पार्टी के बंदे है, उन्हां दी पार्टी की सरकार है। जे भगवंत मान नूं इहदे बारे पता नहीं तो मेरे ख्याल से बहुत ही शर्म वाली गल है। और जे पता तो उस तो भी वड्डी शर्म वाली गल है कि उहदे नाल बैठ के रोज़ झूठ बोलिया जाता रहा और भगवंत मान ने उहदा कोई एक बारी नहीं कहा कि नहीं रुक जाओ जी ये झूठ है। सो एक तो मैं तुहाडे नाल अज ये गल करनी सी, मेन गल तो यह सी। लेकिन एक उस तो बाद अज मैं जो इत्थे आ रहा सी ते कांग्रेस के प्रधान सरदार नवजोत सिंह सिद्धू उन्होंने एक प्रैस कॉन्फ्रेंस की है, उहदे ते मैं समझदा कि थोड़ा जिहा गल करनी जरूरी है। उस प्रैस कॉन्फ्रेंस पहला जो कहते आए तुहानूं पता कि रोज़ वो कहते कि मैनूं दर्शनी घोड़ा ना बनाओ, मैनूं ताकत दिओ, मैं कुछ करन दा कुछ होवे मैं तां ही करां। मैं पंजाबियां नूं याद कराना चाहना कि पंजाब दा मुख मंत्री पंजाब दे लोकां ने नहीं बदलिया, नवजोत सिंह सिद्धू दे कहण ते कांग्रेस हाईकमांड ने बदलिया रातों रात। सारे सूबे ने देखा सी वो नवजोत सिंह सिद्धू पहला तो नवजोत सिंह सिद्धू के दबाव पाण ते नवजोत सिंह सिद्धू नूं कांग्रेस का प्रधान बनाया गया, फिर नवजोत सिंह सिद्धू के कहण ते मुख मंत्री बदलिया गया, फिर नवजोत सिंह सिद्धू के कहण दे उत्ते डायरैक्टर जनरल पुलिस बदलिया गया, फिर एडवोकेट जनरल सूबे का बदलिया गया। इस तो वध ताकत होर तुसीं होर की चाहते हो? भी मैं ये क्यों कह रहा कि इन्नी ताकत है ना, क्योंकि मुख मंत्री बदल सकते हैं, DGP बदल सकते हैं, एडवोकेट जनरल बदल सकते हैं, अपनी मर्जी नाल प्रधानगी लै सकते हैं। जाखड़ साहब नूं हटाया गया इन्हों प्रधान बनाने वास्ते और ये हजे भी कहते हैं कि मैं दर्शनी घोड़ा हाँ, यानी कि लोगों को ये दसना चाहते हैं कि जिहड़े मैं काम नहीं करे इन्ने सालों के वो इस करके नहीं करे कि मेरे को ताकत नहीं सी। तुहाडे कोल ताकत तो इन्नी सी कि तुसीं मुख मंत्री साहब बदला सकते हो, तुसीं DGP बदला सकते हो, एडवोकेट जनरल बदला सकते हो, सब कुछ कर सकते हो। लेकिन तुसीं ये नहीं कर सके कि जिहड़ा मॉडल तुसीं अज लैके आए हो कि जी असीं करांगे वो असीं करांगे, उहदे बारे मैं गल करांगा। वो तुसीं मुख मंत्री तुसीं बदलवा सकते हो, DGP तुसीं बदलवा सकते हो, एडवोकेट जिथे तुसीं बदलाखोरी करनी सी उत्थे जो कुछ चाहिदा सी वो करवा सकते हो। लेकिन लोगों लिए कुछ नहीं कर सके। लोगों लिए ना करन दी बहानेबाजी की है कि मेरे को ताकत नहीं सी। ताकत मैं दसदा कि ताकत तो तुहाडे कोल सारे पंजाब ने देखी है। मुख मंत्री किहदे कहण ते बदलिया गया, प्रधान इन्हों किहदे कहण ते बनाया गया, DGP किहदे कहण ते बदलिया, सारे पंजाब नूं पता नहीं। तो किवें कहंदे ने कि मैं दर्शनी घोड़ा है या मेरे को ताकत नहीं है। लेकिन अज कुछ होर गल्लां भी कर गए नाल और इस तरह के जाल बुन गए है, इस तरह के सुपने दिखाने की कोशिश की है कि जिन्हां दा कोई सिर पैरे नहीं बनता। मैं एक दो गल्लां ही करदा उहदे बारे। पहला तो कहंदे असीं मनरेगा दा जिहड़ा है वो
ਵਧਾ ਦਾਂਗੇ, 2500 ਤੋਂ ਵਧਾ ਕੇ ਪਤਾ ਨਹੀਂ ਕਿੰਨਾ ਕਰ ਦਾਂਗੇ। ਜਨਾਬੇ ਆਲੀ ਮਨਰੇਗਾ ਜਿਹੜਾ ਗਵਰਨਮੈਂਟ ਆਫ ਇੰਡੀਆ ਦੀ ਸਕੀਮ ਹੈ, ਸਟੇਟ ਗਵਰਨਮੈਂਟ ਦਾ ਉਹਦੇ 'ਚ ਕੋਈ ਲੈਣਾ ਦੇਣਾ ਨਹੀਂ ਹੁੰਦਾ। ਸਾਰੇ ਦੇਸ਼ ਵਾਸਤੇ ਉਹਦੇ ਤੈਅ ਹੁੰਦੇ ਨੇ, ਜਿਹੜੇ ਉਹਦੇ ਆਪਣੇ ਜਿਹੜੀ ਉਹਦੀ ਵੇਜ ਹੁੰਦੀ ਹੈ, ਜਿਹੜਾ ਉਹਦਾ ਉਜਰਤ ਜਾਂ ਉਹਦੀ ਜੋ ਵੇਜ ਕਹਿ ਲਓ, ਮਿਹਨਤਾਨਾ ਹੁੰਦਾ ਜਿਹੜਾ, ਉਹ ਸਾਰੇ ਦੇਸ਼ ਲਈ ਲਾਗੂ ਕੀਤਾ ਜਾਂਦਾ ਔਰ ਗਵਰਨਮੈਂਟ ਆਫ ਇੰਡੀਆ ਉਹਨੂੰ ਤੈਅ ਕਰਦੀ ਹੈ। ਉਹ ਕੋਈ ਪੰਜਾਬ ਦੇ ਜਾਂ ਬਿਹਾਰ ਦੇ ਜਾਂ ਕਿਸੇ ਹੋਰ ਸੂਬੇ ਨੇ ਤੈਅ ਨਹੀਂ ਕਰਨਾ ਹੁੰਦਾ। ਸੋ ਉਹਦੇ ਬਾਰੇ ਤੁਸੀਂ ਵਾਅਦਾ ਕਿਵੇਂ ਕਰਤਾ ਕਿ ਤੁਸੀਂ ਪ੍ਰਾਈਮ ਮਿਨਿਸਟਰ ਦੀ ਇਲੈਕਸ਼ਨ ਲੜ ਰਹੇ ਹੋ, ਅਤੇ ਤੁਸੀਂ ਇਹ ਵਾਅਦਾ ਕਿਵੇਂ ਕਰਤਾ? ਤੁਸੀਂ ਵੱਧੋ ਵੱਧ ਇਹ ਕਹਿ ਸਕਦੇ ਸੀ ਕਿ ਮੈਂ ਪੰਜਾਬ ਗਵਰਨਮੈਂਟ ਦੇ ਖਜ਼ਾਨੇ 'ਚੋਂ ਇੰਨੀ ਸਬਸਿਡੀ ਹੋਰ ਦੇ ਦਿਆ ਕਰਾਂਗਾ, ਉਹ ਕਹਿ ਸਕਦੇ ਹਾਂ। ਲੇਕਿਨ ਉਹ ਨਹੀਂ ਉਹਨਾਂ ਨੇ ਕਿਹਾ। ਉਹਨਾਂ ਨੇ ਕਿਹਾ ਮੈਂ ਇਹਦੀ ਵੇਜ ਰਿਵਾਈਜ਼ ਕਰਾਂਗਾ। ਉਹਦਾ ਫਰਕ ਹੁੰਦਾ ਕਿ ਉਹ ਸਬਸਿਡੀ ਦੇ ਉੱਤੇ ਹੋਰ ਕੋਈ ਬੈਨੀਫਿਟ ਨਹੀਂ ਮਿਲਦਾ। ਜੇ ਵੇਜ ਹੋਵੇ ਤਾਂ ਉਹਦੇ ਨਾਲ ਜੇ ਕੋਈ ਸੰਬੰਧਿਤ ਬੈਨੀਫਿਟ ਹੋਵੇ ਉਹ ਵੀ ਮਿਲਦਾ। ਅਤੇ ਇਹਨਾਂ ਨੇ ਕਹਿਤਾ ਮੈਂ ਵੇਜ, ਮਤਲਬ ਇੰਨੀ ਹੱਦ ਹੀ ਹੈ। ਮਤਲਬ ਆਹ ਪੰਜਾਬ ਮਾਡਲ ਦੇ ਰਹੇ ਹੋ ਕਿ ਤੁਹਾਨੂੰ ਇਹ ਵੀ ਨਹੀਂ ਪਤਾ ਕਿ ਮੇਰਾ ਜਿਹੜਾ ਮੇਰੇ ਜੂਰਿਡਿਕਸ਼ਨ 'ਚ ਹੈ ਕਿ ਨਹੀਂ ਹੈ। ਉਹ ਕਹਿ ਗਏ। ਫਿਰ ਕਹਿ ਗਏ ਕਿ ਮੈਂ 5 ਲੱਖ ਨੌਕਰੀਆਂ ਦਊਂਗਾ ਔਰ ਨਾਲ ਉਹਦੀ ਤਨਖਾਹ ਵੀ ਦੱਸ ਗਏ 40,000 ਰੁਪਇਆ ਮਹੀਨਾ। ਤਾਂ ਮੈਂ ਕੈਲਕੂਲੇਟ ਕੀਤਾ ਕਿ ਜੇ ਇਸ ਤਰ੍ਹਾਂ ਹੀ ਮੰਨ ਲਓ ਬਾਕੀ ਸਾਰੇ ਵਾਅਦੇ ਛੱਡ ਦਿੰਦੇ ਹਾਂ, ਬਾਕੀਆਂ ਦੇ ਖਰਚੇ ਜੋ ਹੋਣੇ ਉਹ ਛੱਡ ਦੇਣੇ, ਕਿਉਂ ਇਹਨਾਂ ਨੇ ਕਹਿਤਾ ਅਸੀਂ ਇੱਧਰੋਂ ਪੈਸੇ ਲੈ ਆਵਾਂਗੇ, ਉੱਧਰੋਂ ਪੈਸੇ ਲੈ ਆਵਾਂਗੇ। ਕਿੰਨੇ ਕੁ ਲੈ ਆਉਣਗੇ ਉਹ ਵੀ ਦੱਸਤਾ। ਲੇਕਿਨ ਜੇ ਇਕੱਲੇ ਇੱਕ ਵਾਅਦੇ ਦਾ, ਸਿਰਫ ਇੱਕ ਵਾਅਦੇ ਦਾ ਵੀ ਨੌਕਰੀਆਂ ਦਾ, ਪਹਿਲੀ ਗੱਲ ਤਾਂ ਪੰਜਾਬ ਸਰਕਾਰ ਕੋਲ 5 ਲੱਖ ਨੌਕਰੀਆਂ ਹੀ ਹੈ ਨਹੀਂ, ਹੋ ਹੀ ਨਹੀਂ ਸਕਦੀਆਂ। ਪਰ ਮੰਨ ਲਓ 1 ਮਿੰਟ ਲਈ ਕਿ ਇਹ ਕ੍ਰੀਏਟ ਕਰ ਲੈਣਗੇ ਅਤੇ ਉਹਦੇ ਲਈ ਖਰਚਾ ਕਿੰਨਾ ਚਾਹੀਦਾ? 25,000 ਕਰੋੜ ਰੁਪਇਆ ਸਾਲਾਨਾ। 25,000 ਕਰੋੜ ਰੁਪਇਆ ਸਾਲਾਨਾ। ਉਹਦੇ ਵਾਸਤੇ ਪੰਜਾਬ ਸਰਕਾਰ ਨੂੰ ਚਾਹੀਦਾ ਇਕੱਲੇ ਇੱਕ ਵਾਅਦਾ ਪੂਰਾ ਕਰਨ ਲਈ ਕਿ ਨਵਜੋਤ ਸਿੱਧੂ ਜੀ ਦੱਸਣਗੇ ਕਿ ਇਹ 25,000, ਬਾਕੀ ਗੱਲਾਂ ਛੱਡ ਦਿੰਦੇ ਕਿ ਇਹ 25,000 ਕਰੋੜ ਰੁਪਇਆ ਆਏਗਾ ਕਿੱਥੋਂ। ਮੈਂ ਇਹ ਵੀ ਦੱਸਦਾ ਕਿ 25,000 ਕਰੋੜ ਰੁਪਏ ਦਾ ਬਹਿਣਾ ਕੀ ਹੈ। ਆਪਾਂ 12,500 ਕਰੋੜ ਰੁਪਈਆ ਦਿੰਦੇ ਹਾਂ ਸਾਰੇ ਕਿਸਾਨਾਂ ਨੂੰ, ਸਾਰੇ ਗਰੀਬ ਵਰਗਾਂ ਨੂੰ, ਸਾਰੇ ਸ਼ਡਿਊਲਡ ਕਾਸਟ ਨੂੰ ਜਾਂ ਹੋਰ ਜਿੰਨੇ ਵੀ ਸੰਬੰਧਿਤ ਜਿੰਨਿਆਂ ਨੂੰ ਵੀ ਆਪਾਂ ਸਹੂਲਤ ਦਿੰਦੇ ਹਾਂ ਫ੍ਰੀ ਪਾਵਰ ਦੀ, ਉਹ ਸਾਰੇ ਦਾ ਬਿੱਲ ਰਲਾ ਕੇ ਬਣਦਾ ਹੈ 12,000 ਕਰੋੜ। ਅਤੇ ਇਹ 25,000 ਕਰੋੜ ਸਿਰਫ। ਅੱਛਾ, ਹੁਣ ਮੈਂ ਇਹ ਵੀ ਪੁੱਛਣਾ ਚਾਹੁੰਦਾ ਕਿ ਜਿਹੜਾ ਘਰ ਘਰ ਨੌਕਰੀ ਦਾ ਵਾਅਦਾ ਸੀ ਉਹ ਜਦੋਂ ਲਾਗੂ ਨਹੀਂ ਹੋਇਆ, ਤੁਸੀਂ ਮੁੱਖ ਮੰਤਰੀ ਵੀ ਬਦਲਾ ਸਕਦੇ ਹੋ, ਤੁਸੀਂ DGP ਵੀ ਬਦਲਾ ਸਕਦੇ ਹੋ, ਅਤੇ ਤੁਸੀਂ ਘਰ ਘਰ ਦੀ ਨੌਕਰੀ ਕਿਉਂ ਨਹੀਂ ਦਵਾ ਸਕੇ? ਔਰ ਫਿਰ ਇਹਨਾਂ ਨੇ ਇਹ ਵੀ ਕਿਹਾ ਕਿ ਜਿਹੜਾ ਲੋਕਲ ਗਵਰਨਮੈਂਟ ਆ, ਲੋਕਲ ਗਵਰਨਮੈਂਟ ਵਿੱਚ ਮੈਂ ਆਹ ਕੁਛ ਕਰਾਂਗਾ। ਇੱਕ ਤਾਂ ਇਹਨਾਂ ਨੇ ਕਿਹਾ ਕਿ ਮੈਂ ਅੰਡਰਗਰਾਊਂਡ ਕੇਬਲਿੰਗ ਕਰਾਊਂਗਾ। ਅੰਡਰਗਰਾਊਂਡ ਕੇਬਲਿੰਗ ਕਰਾਉਣੇ ਦੇ ਲਈ ਜੇ ਕਰਾਉਣੀ ਹੋਵੇ, ਮੰਨ ਲਓ ਕਿ ਅੱਵਲ ਤਾਂ ਉਹ ਅੱਜ ਕੱਲ੍ਹ ਪ੍ਰਾਈਵੇਟ ਕੰਪਨੀਜ਼ ਕਰਦੀਆਂ ਨੇ ਸਾਰੀਆਂ, ਉਹ ਪਤਾ ਹੀ ਆ ਸਾਰਾ ਜਿਹੜਾ ਉਹ ਫਾਈਬਰ ਆਪਟਿਕਸ ਦਾ ਹੈਗਾ। ਲੇਕਿਨ ਜੇ ਕਰਨਾ ਵੀ ਹੋ, ਮੰਨ ਲਓ 1 ਮਿੰਟ ਨਵੇਂ ਸਿਰੋਂ ਕਰਨਾ ਹੋਵੇ, ਮੰਨ ਲਓ ਸਾਰੀ ਪੁਰਾਣੀ ਪੱਟ ਕੇ ਨਵੇਂ ਸਿਰੋਂ ਲਾਉਣੀ ਹੋਵੇ, ਉਹ ਕਰ ਵੀ ਸਕਦੇ ਨੇ, ਦੁਬਾਰਾ ਵੀ ਪੱਟ ਸਕਦੇ ਨੇ ਸਾਰਾ ਕੁਛ। ਅਤੇ ਉਹਦੇ ਵਾਸਤੇ 1 ਸਾਲ ਦਾ ਸਮਾਂ ਚਾਹੀਦਾ। ਚਲੋ ਬਹੁਤ ਤੇਜ਼ੀ ਨਾਲ ਕਰ ਲਓਗੇ ਤਾਂ 6 ਮਹੀਨੇ 'ਚ ਕਰ ਲਓਗੇ, 1 ਮਹੀਨੇ 'ਚ ਕਰ ਲਓਗੇ, ਮੰਨ ਲੈਂਦੇ ਹਾਂ 2 ਦਿਨ 'ਚ ਹੀ ਕਰ ਲਓਗੇ, ਇਹ ਵੀ ਮੰਨ ਲੈਂਦੇ ਹਾਂ। ਲੇਕਿਨ ਜਨਾਬ 2.5 ਸਾਲ ਉਸ ਮਹਿਕਮੇ ਦੇ ਮਿਨਿਸਟਰ ਰਹੇ ਨੇ ਜਿਸ ਮਹਿਕਮੇ ਨੇ ਕਰਨਾ, ਉਸ ਵੇਲੇ ਇਹਨਾਂ ਨੇ ਇਹ ਕੰਮ ਕਿਉਂ ਨਾ ਕੀਤਾ? ਔਰ ਜੇ ਇਹ ਕਹਿਣ ਕਿ ਮੈਨੂੰ ਕਰਨ ਨਹੀਂ ਦਿੱਤਾ, ਤਾਂ ਜੇ ਤੁਸੀਂ ਉਸ ਮੁੱਖ ਮੰਤਰੀ ਨੂੰ ਬਦਲਵਾ ਸਕਦੇ ਜਿਹਨੇ ਕਰਨ ਨਹੀਂ ਦਿੱਤਾ, ਤਾਂ ਬਾਅਦ 'ਚੋਂ ਆ ਕੇ ਬਦਲਵਾਇਆ ਤੁਸੀਂ, ਜਦੋਂ ਕਿ ਤੁਹਾਨੂੰ ਪ੍ਰਧਾਨ ਬਣਾ ਦਿੱਤਾ ਗਿਆ, ਅਤੇ ਤੁਹਾਡੇ ਕਹਿਣ 'ਤੇ ਤੁਹਾਨੂੰ ਪ੍ਰਧਾਨ ਵੀ ਬਣਾ ਦਿੱਤਾ ਗਿਆ, ਤੁਹਾਡੇ ਕਹਿਣ 'ਤੇ ਤੁਹਾਡਾ ਮੁੱਖ ਮੰਤਰੀ ਵੀ ਲਾ ਦਿੱਤਾ ਗਿਆ, DGP ਵੀ ਲਾ ਦਿੱਤਾ ਗਿਆ, ਅਤੇ ਤੁਸੀਂ ਸਿਰਫ ਕੇਬਲ ਕਿਉਂ ਨਹੀਂ ਕਰਵਾ ਸਕੇ? ਆਹ ਨੌਕਰੀਆਂ ਕਿਉਂ ਨਾ ਕਰਵਾ ਸਕੇ? ਜਿੰਨੇ ਵੀ ਅੱਜ ਵਾਅਦੇ ਕੀਤੇ ਹੈ ਉਹਨਾਂ 'ਚੋਂ ਕਿਸੇ ਵੀ ਵਾਅਦੇ ਲਈ ਲੜੇ ਨੇ, ਜੇ ਲੜੇ ਨੇ ਤਾਂ ਸਿਰਫ ਪੋਲੀਟੀਕਲ ਲੜੇ ਨੇ ਕਿ ਆਹ ਅੰਦਰ ਚਾਹੀਦਾ, ਆਹ ਬਾਹਰ ਚਾਹੀਦਾ, ਇਹਨੂੰ ਲਾਉਣਾ, ਇਹਨੂੰ ਬਣਾਉਣਾ, ਮੈਨੂੰ ਬਣਾਓ, ਉਹਨੂੰ ਲਾਓ, ਇਹਦੇ ਬਾਰੇ ਲੜੇ ਨੇ। ਕੋਈ ਲੋਕਾਂ ਦਾ ਇੱਕ ਮੁੱਦਾ ਜਿਹਦੇ ਉੱਤੇ ਨਵਜੋਤ ਸਿੰਘ ਸਿੱਧੂ ਨੇ ਸਟੈਂਡ ਲਿਆ ਹੋਵੇ ਕਿ ਜਾਂ ਤਾਂ ਆਹ ਕਰੋ ਨਹੀਂ ਤਾਂ ਮੈਂ ਅਸਤੀਫਾ ਦਿੰਦਾ, ਕਿਸੇ ਲੋਕਾਂ ਦਾ ਮਤਲਬ ਇਹਨਾਂ ਨੂੰ ਨੌਕਰੀਆਂ ਦਿਓ ਤਾਂ ਮੈਂ ਅਸਤੀਫਾ ਦਿੰਦਾ, ਆਂਗਣਵਾੜੀ ਵਾਲਿਆਂ ਦਾ ਕੰਮ ਕਰੋ ਨਹੀਂ ਤਾਂ ਮੈਂ ਅਸਤੀਫਾ ਦਿੰਦਾ, ਜਿਹੜੇ ਟੀਚਰ ਸਾਹਿਬਾਨ ਜਿਹੜੇ ਕੱਚੇ ਜਿਹੜੇ ਨੇ, ਜਿਹੜੇ ਆਪਾਂ ਕੀ ਕਹਿੰਦੇ ਹੁੰਦੇ ਟੈਂਪਰੇਰੀ ਇੰਪਲੋਈਜ਼ ਜਿਹੜੇ ਨੇ ਕੱਚੇ, ਜਿਹੜੇ ਮੰਗ ਕਰ ਰਹੇ ਨੇ ਕਿ ਸਾਨੂੰ ਪੱਕਾ ਕੀਤਾ ਜਾਏ, ਉਹਨਾਂ ਦੇ ਹੱਕ 'ਚ ਕਦੇ ਕਿਹਾ ਹੋਵੇ ਕਿ ਮੈਂ ਅਸਤੀਫਾ ਦਿੰਦਾ? ਕਿਸੇ ਵੀ ਹੋਰ ਪੰਜਾਬੀ ਦੇ ਹੱਕ 'ਚ ਕਿਹਾ ਹੋਵੇ ਕਿ ਜਾਂ ਤਾਂ ਕਰੋ ਨਹੀਂ ਤਾਂ ਮੈਂ ਅਸਤੀਫਾ ਦਿੰਦਾ? ਕਦੇ ਸਟੈਂਡ ਲਿਆ ਹੋਵੇ? ਜੇ ਕਦੇ ਸਟੈਂਡ ਲਿਆ ਤਾਂ ਸਿਰਫ ਇੱਕ ਕਹਿ ਲਿਆ ਤਾਂ ਮੈਨੂੰ ਬਣਾਓ, ਨਹੀਂ ਤਾਂ ਆਹ ਕਰ ਦਾਂਗਾ, ਨਹੀਂ ਤਾਂ ਆਹ ਕਰ ਦਾਂਗਾ। ਕਦੇ ਗੱਲਾਂ ਚਲਾਈਆਂ ਗਈਆਂ ਕਿ ਉਸ ਪਾਰਟੀ 'ਚ ਜਾਵਾਂਗਾ, ਕਦੇ ਉਸ ਪਾਰਟੀ 'ਤੇ ਜਾਵਾਂਗਾ। ਮੇਰੇ ਕਹਿਣ ਦਾ ਮਤਲਬ ਜੋ ਅੱਜ ਦੂਜਾ ਜਿਹੜਾ ਸੁਪਨਾ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਉਹ ਵੀ ਬਿਲਕੁਲ ਉਹੀ ਹੈ
ਜੋ ਅੱਜ ਤੋਂ 5 ਸਾਲ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਦਿੱਤੇ ਸੀ ਕਿ ਘਰ ਘਰ ਰੁਜ਼ਗਾਰ ਫਲਾਂ ਫਲਾਂ ਫਲਾਂ। ਔਰ ਉਸੇ ਹੀ ਸਰਕਾਰ 'ਚ ਉਸੇ ਹੀ ਕੈਪਟਨ ਅਮਰਿੰਦਰ ਸਿੰਘ ਦੇ ਦੌਰਾਨ 2.5 ਸਾਲ ਇਹ ਉਸੇ ਹੀ ਵਜ਼ਾਰਤ ਦੇ ਮੰਤਰੀ ਰਹੇ ਨੇ ਜਿਹਦੇ ਵਾਅਦੇ ਕਰ ਰਹੇ ਨੇ। ਤਾਂ ਮੇਰਾ ਦੂਜਾ ਸਵਾਲ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਹੋਣੀ ਜਿਹੜੇ ਜਾਲ ਬੁਣ ਰਹੇ ਨੇ ਉਹਨਾਂ ਦਾ ਕੋਈ ਉਹਨਾਂ ਦੇ ਆਪਣੇ ਹਿਸਾਬ ਨਾਲ ਹੀ ਕੋਈ ਆਧਾਰ ਨਹੀਂ ਹੈ। ਅਸੀਂ ਤਾਂ ਉਹਦੇ ਬਾਰੇ ਕੀ ਕਹਿਣਾ। ਮੈਨੂੰ ਇਸ ਗੱਲ ਦਾ ਜਵਾਬ ਦੇ ਦੇਣ ਕਿ ਜੇ ਤੁਸੀਂ ਜਾਖੜ ਸਾਹਿਬ ਨੂੰ ਹਟਾਉਣ ਲਈ ਸਟੈਂਡ ਲੈ ਸਕਦੇ ਹਾਂ, ਜੇ ਤੁਸੀਂ ਅਮਰਿੰਦਰ ਸਿੰਘ ਨੂੰ ਹਟਾਉਣ ਲਈ ਸਟੈਂਡ ਲੈ ਸਕਦੇ ਹਾਂ, ਜੇ ਅਸੀਂ DGP ਬਦਲਾਉਣ ਲਈ ਸਟੈਂਡ ਲੈ ਸਕਦੇ ਹਾਂ, ਤਾਂ ਇਹਨਾਂ ਇਸ਼ੂਜ਼ 'ਤੇ ਸਟੈਂਡ ਕਿਉਂ ਨਹੀਂ ਲਿਆ 5 ਸਾਲ? ਥੈਂਕ ਯੂ ਸੋ ਮਚ। ਐਨੀ ਕੁਐਸਚਨ ਪਲੀਜ਼? ਪਹਿਲਾ ਸਵਾਲ ਮੈਂ ਪੁੱਛੂੰਗਾ, ਅੱਜ ਜਿਵੇਂ ਕਿ ਨਵਜੋਤ ਸਿੰਘ ਸਿੱਧੂ ਨੇ ਪ੍ਰੈਸ ਕਾਨਫਰੰਸ ਕੀਤੀ ਹੈ, ਉਹਨਾਂ ਨੇ ਕਹਿਤਾ ਜੀ ਅਸੀਂ ਬੇਰੁਜ਼ਗਾਰੀ ਸਭ ਤੋਂ ਵੱਡਾ ਮੁੱਦਾ ਪੰਜਾਬ 'ਚ ਉੱਤੇ ਫੋਕਸ ਕਰਾਂਗੇ, ਇੰਨੀਆਂ ਨੌਕਰੀਆਂ ਦੇਵਾਂਗੇ। ਸਭ ਤੋਂ ਵੱਡਾ ਮੁੱਦਾ ਬੇਰੁਜ਼ਗਾਰੀ ਦਾ, ਹਾਂ, ਕਿ ਅਸੀਂ ਰੋਜ਼ਗਾਰ ਦੇਵਾਂਗੇ ਪੰਜਾਬ ਦੇ ਵਿੱਚ। ਜੀ ਜੀ। ਉਸ ਤੋਂ ਪਹਿਲਾਂ ਜਦੋਂ ਇਹਨਾਂ ਦੀ ਸਰਕਾਰ ਬਣੀ ਸੀ, ਇਹਨਾਂ ਨੇ ਕਿਹਾ ਸੀ ਕਿ ਬੱਚਿਆਂ ਨੂੰ ਸਮਾਰਟਫੋਨ ਦੇਵਾਂਗੇ, ਬੱਚਿਆਂ ਨੂੰ ਨੌਕਰੀ ਦੇਵਾਂਗੇ, ਉਹ ਤਾਂ ਅਜੇ ਤੱਕ ਨਹੀਂ ਮਿਲੀ। ਮੈਂ ਤੁਹਾਨੂੰ ਇਹ ਸਵਾਲ ਕਰਦਾ ਕਿ ਅਕਾਲੀ ਦਲ ਕੀ ਇਨੀਸ਼ੀਏਟਿਵ ਲੈ ਰਿਹਾ ਪੰਜਾਬ ਦੇ ਵਿੱਚ ਰੋਜ਼ਗਾਰ ਹੋਣ? ਉਹਨਾਂ ਨੇ ਆਪਣਾ ਪਲਾਨ ਦੱਸਤਾ, ਉਹਦੇ ਲੋਕੀ ਕਹਿੰਦੇ ਸਾਨੂੰ ਸਮਾਰਟਫੋਨ ਤੇ ਨੌਕਰੀ ਨਹੀਂ ਮਿਲੀ। ਤੁਹਾਡਾ ਕੀ ਇਨੀਸ਼ੀਏਟਿਵ ਹੈ? ਗॉट योर क्वेश्चन। ਅਸੀਂ ਉਹਦੇ ਬਾਰੇ ਇੱਕ ਇਲੈਬੋਰੇਟ, ਤੁਸੀਂ ਸ਼ਾਇਦ ਉੱਥੇ ਉਸ ਦਿਨ ਹੋਵੋਗੇ, ਸ਼ਾਇਦ ਮੇਰੇ ਖਿਆਲ 'ਚ ਹਾਜ਼ਰ, ਜਿਸ ਦਿਨ ਸਰ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੀ, ਜਿਸ 'ਚ ਉਹਨਾਂ ਨੇ ਕਿਹਾ ਸੀ ਕਿ ਮੇਰੇ ਜਿਹੜਾ ਪੰਜਾਬ ਵਾਸਤੇ ਵਿਜ਼ਨ ਆ, ਪੰਜਾਬ ਦੇ ਯੂਥ ਵਾਸਤੇ ਔਰ ਓਵਰਆਲ ਪੰਜਾਬ ਵਾਸਤੇ ਸਾਰਾ ਹੀ, ਉਹਦੇ ਹਾਈਲਾਈਟਸ ਜਿਹੜੇ ਸੀ 13 ਪੁਆਇੰਟਸ ਉਹਨਾਂ ਨੇ ਦਿੱਤੇ ਸੀਗੇ। ਉਹਦੇ ਵਿੱਚ ਕੱਲੀ ਗੱਲ ਇਲੈਬੋਰੇਟ ਕੀਤੀ ਗਈ ਹੈ ਕਿ ਅਸੀਂ ਕਿਵੇਂ ਇੱਥੇ ਜੌਬਸ ਕ੍ਰੀਏਟ ਕਰਾਂਗੇ। ਔਰ ਫਰਦਰ ਜਿਹੜਾ ਸਾਡਾ ਮੈਨੀਫੈਸਟੋ ਆ ਰਿਹਾ, ਉਹਦੇ 'ਚ ਕੱਲਾ ਉਹਦੇ 'ਚ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਜਿਹੜਾ ਵੀ ਵਾਅਦਾ ਕੀਤਾ ਜਾਵੇ ਉਹਨੂੰ ਸਭ ਤੋਂ ਪਹਿਲੀ ਮੰਗ ਸਾਡੀ ਹੈ ਕਿ ਸਭ ਤੋਂ ਅਸੀਂ ਔਰ ਇਹਦੇ ਲਈ ਫਾਈਟ ਕਰਾਂਗੇ ਕਿ ਜਿਹੜੀ ਵੀ ਪਾਰਟੀ ਇਨਕਲੂਡਿੰਗ ਸਾਡੀ ਆਪਣੀ ਅਕਾਲੀ ਦਲ, ਬਸਪਾ, ਇਹਦੇ ਸਣੇ ਜਿਹੜਾ ਵੀ ਵਾਅਦਾ ਕਰੇ ਉਹਦੇ ਲਈ ਉਹਨੂੰ ਕਾਨੂੰਨੀ ਤੌਰ 'ਤੇ ਅਕਾਊਂਟੇਬਲ ਹੋਵੇ, ਯਾਨੀ ਕਿ ਉਹਦੇ 'ਤੇ ਜ਼ਿੰਮੇਵਾਰੀ ਹੋਵੇ। ਜੋ ਕਚਹਿਰੀ 'ਚ ਖੜ੍ਹ ਕੇ ਝੂਠ ਬੋਲਣ ਦੀ ਸਜ਼ਾ ਆ, ਉਹੀ ਲੋਕਾਂ ਦੀ ਕਚਹਿਰੀ 'ਚ ਖੜ੍ਹ ਕੇ ਝੂਠ ਬੋਲਣ ਦੀ ਸਜ਼ਾ ਹੋਵੇ। ਤਾਂ ਜਿਹੜਾ ਸਾਡਾ ਮੈਨੀਫੈਸਟੋ ਆ ਰਿਹਾ, ਪਹਿਲਾਂ ਤਾਂ ਤੁਹਾਨੂੰ ਦੱਸ ਚੁੱਕਾ ਕਿ 13 ਪੁਆਇੰਟਸ ਅਸੀਂ ਦਿੱਤੇ ਸੀ ਉਹਦੇ 'ਚ ਸੀਗਾ, ਲੇਕਿਨ ਜਿਹੜਾ ਅਸੀਂ ਮੈਨੀਫੈਸਟੋ ਲੈ ਕੇ ਆ ਰਹੇ ਹੋ ਅੱਜ ਨਹੀਂ ਮੈਂ ਰਿਵੀਲ ਕਰਨਾ ਚਾਹੁੰਦਾ, ਕਿਉਂਕਿ ਉਹ ਫਿਰ ਐਡਵਾਂਸ ਠੀਕ ਨਹੀਂ ਹੁੰਦਾ। ਉਹਦਾ ਕੱਲਾ ਪੁਆਇੰਟ ਇਲੈਬੋਰੇਟ ਕਰਾਂਗੇ ਕਿ ਅਸੀਂ ਆਹ ਕਰਾਂਗੇ ਤਾਂ ਕਰਾਂਗੇ ਕਿਵੇਂ। ਜੇ ਅਸੀਂ ਕੋਈ ਵੀ ਵਾਅਦਾ ਕਰਦੇ ਹਾਂ, ਜਦੋਂ ਇਹਨਾਂ ਨੇ ਕਰਤਾ 5 ਲੱਖ ਜੌਬ ਤੇ ਫਲਾਂ, ਅਸੀਂ ਕੋਈ ਵੀ ਵਾਅਦਾ ਕਰਾਂਗੇ, ਜਿਹੜੇ ਵੀ ਵਾਅਦੇ ਕਰ ਰਹੇ ਹਾਂ, ਕੱਲੇ ਦੇ ਰਿਸੋਰਸਿਸ ਕਿੱਥੋਂ ਆਉਣਗੇ ਨਾ ਤੁਹਾਡੇ ਐਕਸਪਲੇਨ ਕਰਕੇ ਦੇਵਾਂਗੇ। ਉਸ ਦਿਨ ਪ੍ਰੈਸ ਕਾਨਫਰੰਸ ਕਰਾਂਗੇ, ਤੁਹਾਡੇ ਸਾਰੇ ਸਵਾਲ ਵੀ ਲਵਾਂਗੇ ਬਿਫੋਰ ਇਲੈਕਸ਼ਨ ਆਬਵੀਅਸਲੀ। ਬੈਂਸ ਸਾਹਿਬ, ਇੱਥੇ ਜਿਹੜਾ ਮੁੱਦਾ ਹੈ, ਕੁਝ ਵਿਰੋਧੀ ਇਲਜ਼ਾਮ ਲਗਾਉਂਦੇ ਨੇ ਕਿ ਇਲੈਕਸ਼ਨ ਦੇ ਨੇੜੇ ਆ ਕੇ ਤੁਸੀਂ ਇਹ ਮੁੱਦਾ ਛੇੜਦੇ ਹੋ, ਇਲੈਕਸ਼ਨ ਦੇ ਨੇੜੇ ਆ ਕੇ ਮੁੱਦਾ ਬਣਦਾ ਹੈ, ਪਹਿਲੇ ਕਿਉਂ ਨਹੀਂ ਇਸ ਬਾਰੇ ਡਿਮਾਂਡਸ ਕੀਤੀਆਂ ਜਾਂਦੀਆਂ? ਤੁਸੀਂ ਭੁੱਲਰ ਸਾਹਿਬ ਦੇ ਮੁੱਦੇ ਦੀ ਗੱਲ ਕਰ ਰਹੇ, ਬਿਲਕੁਲ ਸਹੀ ਗੱਲ ਹੈ। ਗੁੱਡ ਕੁਐਸਚਨ, ਵੈਰੀ ਗੁੱਡ ਕੁਐਸਚਨ। ਇਨ ਫੈਕਟ ਸਰਦਾਰ ਦਵਿੰਦਰਪਾਲ ਸਿੰਘ ਭੁੱਲਰ ਦੇ ਕੇਸ ਦੇ ਉੱਤੇ 5 ਵਫਦ ਸਾਡੇ ਅਲੱਗ-ਅਲੱਗ ਸਮਿਆਂ ਦੇ ਉੱਤੇ ਪਿਛਲੇ 7 ਸਾਲ ਵਿੱਚ, 5-7 ਸਾਲ ਮੈਨੂੰ ਤਾਂ ਕਹਿ ਰਿਹਾ ਕਿ ਪਿਛਲੇ 5 ਸਾਲ ਸਰਕਾਰ ਦੇ, 10 ਸਾਲ ਪਿਛਲੇ 5 ਸਾਲ ਸਾਡੀ ਸਰਕਾਰ ਦੇ ਔਰ 5 ਸਾਲ ਅਜੇ ਹੁਣ ਗੁਜ਼ਰੇ ਨੇ। ਇਹਦੇ ਡਿਊਰਿੰਗ, ਇਸ ਸਰਕਾਰ ਦੇ ਡਿਊਰਿੰਗ ਵੀ ਜਦੋਂ ਅਸੀਂ ਆਪੋਜੀਸ਼ਨ 'ਚ ਸੀਗੇ ਔਰ ਉਸ ਤੋਂ ਪਹਿਲਾਂ ਜਦੋਂ ਅਸੀਂ ਸਰਕਾਰ 'ਚ ਸੀਗੇ, 7 ਸਾਡੇ ਡਿਫਰੈਂਟ ਡੈਲੀਗੇਸ਼ਨ ਪ੍ਰੈਜ਼ੀਡੈਂਟਸ ਨੂੰ ਵੀ ਮਿਲੇ ਨੇ, ਪ੍ਰਾਈਮ ਮਿਨਿਸਟਰ ਸਾਹਿਬਾਨ ਨੂੰ ਵੀ ਮਿਲੇ ਨੇ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਣਾ ਦੀ ਅਗਵਾਈ ਵਿੱਚ ਵੀ ਮਿਲੇ ਨੇ, ਸਰਦਾਰ ਸੁਖਬੀਰ ਸਿੰਘ ਬਾਦਲ ਹੋਣਾ ਦੀ ਅਗਵਾਈ ਵਿੱਚ ਵੀ ਮਿਲੇ ਨੇ। ਔਰ ਉਸ ਤੋਂ ਇਲਾਵਾ ਡੈਲੀਗੇਸ਼ਨ ਤੋਂ ਇਲਾਵਾ ਸਰਕਾਰ ਵੱਲੋਂ ਜਿਹੜਾ ਹੈਗਾ ਇਸ ਕੇਸ ਦੇ ਵਿੱਚ ਅਕਾਲੀ ਉਸ ਵੇਲੇ ਜਿਹੜੀ ਸਾਂਝੀ ਸਰਕਾਰ ਸੀ ਸਾਡੀ, ਉਸ ਸਰਕਾਰ ਵੱਲੋਂ ਗਵਰਨਮੈਂਟ ਆਫ ਇੰਡੀਆ ਨੂੰ ਰਿਕਮੈਂਡ ਕੀਤਾ ਗਿਆ ਸੀਗਾ ਕਿ ਬਤੌਰ ਪੰਜਾਬ ਸਰਕਾਰ ਅਸੀਂ ਮਹਿਸੂਸ ਕਰਦੇ ਹਾਂ ਕਿ ਇਹਨਾਂ ਨੂੰ ਰਿਹਾ ਕਰਤਾ ਜਾਏ। ਸੋ ਇਹ ਅੱਜ ਨਹੀਂ ਹੈ, ਅੱਜ ਤਾਂ ਹੁਣ ਤਾਂ ਹੋਇਆ ਕਿ ਇਹਨਾਂ ਨੇ ਆ ਕੇ ਆਪਣੇ ਕੇਜਰੀਵਾਲ ਸਾਹਿਬ ਨੇ ਝੂਠ ਬੋਲਣੇ ਸ਼ੁਰੂ ਕੀਤੇ ਤੇ ਉਹਦੇ ਜਵਾਬ ਸਾਨੂੰ ਆ ਸਾਰਾ ਕੁਝ ਕਰਨਾ ਪਿਆ ਕਿ ਇਹਨਾਂ ਦੀ ਆਪਣੀ ਜਿਹੜੀ ਬਣਾਈ ਹੋਈ ਕਮੇਟੀ ਹੈ, ਜਿਹਦਾ ਚੇਅਰਮੈਨ ਇਹਨਾਂ ਦਾ ਆ, ਜਿਹੜੇ ਮੈਂਬਰ ਸੈਕਟਰੀ ਇਹਨਾਂ ਦਾ, ਜਿਹੜੇ 7 ਚੋਂ ਮੈਂਬਰ ਇਹਨਾਂ ਦੇ ਨੇ, ਉਹਦੇ ਬਾਰੇ ਝੂਠ ਬੋਲਦੇ ਰਹੇ ਨੇ ਕਿ ਸਾਡਾ ਤਾਂ ਮੁੱਦਾ ਹੀ ਨਹੀਂ ਹੈ, ਇਹ ਤਾਂ ਕੇਂਦਰ ਸਰਕਾਰ ਕੋਲੇ ਆ। ਨਹੀਂ, ਹੁਣ ਇਸ ਤੋਂ ਵੱਡਾ ਝੂਠ ਕੀ ਹੋ ਸਕਦਾ ਕਿ ਤੁਹਾਡੀ ਸਰਕਾਰ ਦਾ ਫੈਸਲਾ ਹੋਵੇ ਔਰ ਤੁਸੀਂ ਕਹੋ ਸਾਡਾ ਫੈਸਲਾ ਹੀ ਨਹੀਂ ਹੈ। ਇਹ ਅੱਜ ਮੰਨਣਾ ਪੈ ਗਿਆ ਨਾ। ਹੁਣ ਜਦੋਂ ਉਹਨਾਂ ਨੇ ਇਹ ਕਿਹਾ ਕਿ ਮੈਂ ਕਮੇਟੀ ਨੂੰ ਫੇਰ ਕਹਾਂਗਾ, ਇਹਦਾ 2 ਗੱਲਾਂ ਮੰਨ ਗਏ। ਨੰਬਰ 1 ਕਿ ਕਮੇਟੀ ਹੈ, ਨੰਬਰ 2 ਕਿ ਤੁਸੀਂ ਉਹਨੂੰ ਕਹਿ ਸਕਦੇ ਆ। ਝੂਠ ਫੇਰ ਬੋਲ ਗਏ ਕਿ ਤੁਹਾਡੇ ਫੈਸਲੇ ਹੋ ਚੁੱਕੇ ਨੇ। ਹੁਣ ਤੁਹਾਨੂੰ ਬੇਨਤੀ ਇਹ ਹੈ, ਮੈਂ ਕੱਲ੍ਹ ਵੀ ਕੀਤੀ ਸੀ, ਕਿ ਆਹ ਜਿਹੜਾ ਤੁਸੀਂ ਫੈਸਲਾ ਕੀਤਾ ਹੋਇਆ ਸਰਦਾਰ ਦਵਿੰਦਰਪਾਲ ਸਿੰਘ ਭੁੱਲਰ ਦੇ ਖਿਲਾਫ,
ਇਹਨੂੰ ਤੁਰੰਤ ਰਿਵਿਊ ਕਰੋ ਔਰ ਉਹਨਾਂ ਨੂੰ 1 ਮਿੰਟ ਵੀ ਜੇ ਔਰ ਅਸੀਂ ਕਿਸ ਨੂੰ ਪਰਸਿਊ ਕਰਾਂਗੇ ਕਿ ਜਿੰਨਾ ਟਾਈਮ ਤੁਸੀਂ ਉਹਨਾਂ ਨੂੰ ਲੋੜ ਤੋਂ ਜਿਹੜੇ ਉਹਨਾਂ ਦਾ ਸਮਾਂ ਬਣਦਾ ਸੀ, ਜੇਲ੍ਹ ਉਹਨਾਂ ਦੀ ਟਰਮ ਖਤਮ ਹੋ ਚੁੱਕੀ ਹੈ, ਉਸ ਤੋਂ ਬਾਅਦ ਤੁਸੀਂ ਉਹਨਾਂ ਨੂੰ ਜੇਲ੍ਹ 'ਚ ਰੱਖਿਆ, ਉਹਦੇ ਲਈ ਕੌਣ ਜ਼ਿੰਮੇਵਾਰ ਹੈ? ਚੰਨੀ ਜੀ 2 ਸੀਟਾਂ ਦੇ ਲੜ ਰਹੇ ਨੇ। ਸੌਰੀ, ਸੀਐਮ ਚੰਨੀ 2 ਸੀਟਾਂ ਦੇ ਲੜ ਰਹੇ ਨੇ ਤੇ ਉਧਰੋਂ ਦੀ ਭਗਵੰਤ ਮਾਨ ਸਾਹਿਬ ਨੇ ਹੁਣੇ ਪ੍ਰੈਸ ਕਾਨਫਰੰਸ ਕੀਤੀ ਸੀ। ਉਹ ਕਹਿ ਰਹੇ ਸੀ ਕਿ ਉਹਨਾਂ ਦੀ ਭਦੌੜ ਤੋਂ ਵੀ ਚਮਕੌਰ ਸਾਹਿਬ ਚ ਹਾਰ ਰਹੇ ਨੇ, ਭਦੌੜ ਤੋਂ ਵੀ ਜ਼ਮਾਨਤ ਜ਼ਬਤ ਹੋ ਜਾਏਗੀ। ਤੁਹਾਡਾ ਮਤਲਬ ਤੁਸੀਂ ਉਸ ਮੁਕਾਬਲੇ 'ਚ ਕਿੱਥੇ ਖੜੇ? ਦੇਖੋ, ਬਤੌਰ ਇੱਕ ਪੰਜਾਬ ਦੇ ਵੋਟਰ ਉਹਨਾਂ ਨੂੰ ਮੈਂ ਤਾਂ ਰਿਕਮੈਂਡ ਕਰਾਂਗਾ ਕਿ ਉਹ 2 ਤੋਂ ਕਿਉਂ 117 ਤੋਂ ਲੜਨ, ਕਿਤੇ ਨਾ ਕਿਤੇ ਸ਼ਾਇਦ ਜਿੱਤੇ ਜਾਣ। ਇਹਨਾਂ 2 ਦੇ ਤਾਂ ਲੱਗ ਨਹੀਂ ਰਿਹਾ, ਕਿਉਂਕਿ ਇੱਕ ਵਾਰੀ ਤਾਂ ਉਹ ਮੰਨ ਹੀ ਗਏ ਨੇ ਕਿ ਉਹਨਾਂ ਦੇ ਤਾਂ ਹੀ ਉਹਨਾਂ ਨੂੰ ਦੂਜੇ ਪਾਸੇ ਜਾਣਾ ਪਿਆ। ਦੇਖੋ ਫਰਕ ਹੁੰਦਾ, ਮਜੀਠੀਆ ਸਾਹਿਬ ਆਪਣਾ ਹਲਕੇ ਤੋਂ ਇਲਾਵਾ ਦੂਜੇ ਦੇ ਘਰ ਜਾ ਕੇ ਉਹਨੂੰ ਲਲਕਾਰਨ ਗਏ ਨੇ, ਉਹ ਇੱਕ ਹੋਰ ਗੱਲ ਹੈ, ਸਾਹਮਣੇ ਹੈ ਸਾਰਿਆਂ ਦੇ। ਇਹ ਤੁਸੀਂ ਆਪਣਾ ਘਰ ਛੱਡ ਕੇ ਦੌੜੇ ਹੋ, ਇਹ ਗੱਲ ਹੀ ਹੋਰ ਹੈ। ਤੋ ਨਾਲੇ ਮੁੱਖ ਮੰਤਰੀ ਸਾਹਿਬ ਨੂੰ ਐਡਾ ਕਿਹੜਾ ਫਿਕਰ ਪੈ ਗਿਆ? ਤਾਂ ਮੈਨੂੰ ਕਹਿੰਦੇ ਅੱਜ ਮੈਂ ਤਾਂ ਪੋਪੂਲਰ ਹੀ ਬੜਾ ਹਾਂ, ਅਤੇ ਜੇ ਤੁਸੀਂ ਪੋਪੂਲਰ ਹੋ ਤਾਂ ਤੁਸੀਂ ਇੱਕ ਸੀਟ 'ਤੇ ਜਿੱਥੋਂ ਮਰਜ਼ੀ ਖੜ੍ਹ ਜਾਓ, ਕੀ ਹੈ। ਪਰ ਮੈਂ ਤਾਂ ਕਹਿੰਦਾ 117 'ਤੇ ਖੜੋ, ਕਿਤੇ ਨਾ ਕਿਤੇ ਸ਼ਾਇਦ ਆ ਲੱਗ ਜਾਏ। ਅਨੰਦਪੁਰ ਸਾਹਿਬ ਸੀਟ ਤੇ ਸਹਿਮਤੀ ਬਣ ਗਈ? ਸੌਰੀ, ਅਨੰਦਪੁਰ ਸਾਹਿਬ ਸੀਟ ਤੇ ਸਹਿਮਤੀ ਬਣ ਗਈ? ਅਨੰਦਪੁਰ ਸਾਹਿਬ ਸੀਟ ਦੇ ਉੱਤੇ ਮਤਲਬ ਸਾਡੀ ਤੁਸੀਂ ਅਕਾਲੀ ਬਸਪਾ ਦੀ ਗੱਲ ਕਰ ਰਹੇ ਹੋ? ਅਸੀਂ ਪਹਿਲਾਂ ਇਹ ਗੱਲ ਕਹਿ ਚੁੱਕੇ ਹਾਂ ਕਿ ਉਹਦੇ ਬਾਰੇ ਫੈਸਲਾ ਬਸਪਾ करेगी, तो सहमति है ही है। बैन साहब, कल बजट पेश होने वाला है, इलेक्शन के दौरान पेश होगा, तो कितना आपको लगता है कि असर पड़ सकता है इलेक्शंस को देखते हैं? पंजाब में अगर हम बात करें, कितना असर पड़ सकता है? क्योंकि कल काफी बड़े राहत, क्योंकि एक्सपेक्ट हर कोई राहत पैकेज ही कर रहा है, तो क्या हम एक्सपेक्ट करें कि पंजाब में कोई सेंटर की तरफ से कोई बड़ा राहत आएगा और उसका बीजेपी फायदा उठाएगी? एक तो मैं आपने क्योंकि याद दिला दिया इसलिए मैं कर लेता हूँ 2 बातें। एक तो यह है कि जो आज फैसला सरदार विक्रम सिंह मजीठिया के बारे में आया है, क्योंकि उसका भी इसके साथ संबंध है इसलिए करने लगा हूँ, उसमें आज वाले फैसले में सुप्रीम कोर्ट, ऑनरेबल सुप्रीम कोर्ट ऑफ इंडिया के जो जज साहिबान हैं, उन्होंने एक ऑब्जर्वेशन दी है इलेक्शंस के बारे में। उन्होंने कहा है कि इलेक्शंस के दौरान अचानक ऐसे केसेस का आना साफ तौर पर इससे प्रभाव मिलता है कि ये पॉलिटिकल वेंडेटा है। यही हमने बात कही थी। दूसरी बात जो आपने सवाल किया कि बजट, मॉरली तो हम ये चाहते हैं मॉरली कि ऐसा नहीं करना चाहिए, लेकिन पॉलिटिकली और लोगों की बात सोचता हूँ मैं, तो मैं सोचता हूँ लोगों को किसी बहाने कोई राहत मिल जाए, मिल तो जाए, लेकिन मॉरली ये बात गलत है कि आप इलेक्शन के स्तर पे आके ये बात कर रहे हैं। तो ये आपको जो ज़रा पहले कर लेते हैं या थोड़ा डिले भी किया जा सकता है। बजट को आप पार्लियामेंट के परमिशन लेके उसका एक रेजोल्यूशन ला के आप उसको आगे कर सकते हैं। लेकिन दूसरी बात यह है, मैं ये नहीं कहता कि अगर उन्होंने कुछ लोगों को अच्छा देना है तो दे दें, कोई बात नहीं, क्योंकि लोगों के मन तो बन चुके हैं। जो उन्होंने लोगों ने अब करना है वो तो करना है, तो वो तो इनके जो क्या कहते हैं छलावे उसमें तो नहीं आएंगे।